नमो शिवाय। श्री शिव पुराण चौथा खंड अध्याय 7वां। ब्राह्मण जी बोले, हे नारद, ਸਕੰਦ ਦੇ ਮੂੰਹ ਤੋਂ ਸ਼ਬਦ ਸੁਣ ਕੇ शिव जी ने ਦੇਵਤਾਵਾਂ ਸਹਿਤ ਕਿਹਾ, हे ਸਕੰਦ, ਤੁਸੀਂ शिव जी ਦੇ ਪੁੱਤਰ ਅਰਥਾਤ शिव ਹੀ ਹੋ। ਤੁਸੀਂ ਅਸੁਰਾਂ ਦੇ ਜੰਗਲ ਲਈ ਦੇਨ ਅਗਨੀ ਦੇ ਸਮਾਨ ਹੋ। ਇਸ ਤਰ੍ਹਾਂ ਸਾਰਿਆਂ ਨੇ ਪ੍ਰਸ਼ੰਸਾ ਕੀਤੀ। ਉਸ ਵਕਤ ਗਿਰਜਾ, ਗੰਗਾ, ਬਲੀ ਅਤੇ ਮੁਨੀ ਪਤਨੀਆਂ ਆਦਿ ਸਕੰਦ ਦੀਆਂ ਮਾਤਾਵਾਂ ਆਪਣੇ ਪੁੱਤਰ ਦੀ ਇੰਨੀ ਸ਼ਕਤੀ ਦੇਖ ਕੇ ਲੜਨ ਲੱਗੀਆਂ ਤੇ ਸਾਰੀਆਂ ਆਪਣਾ ਆਪਣਾ ਪੁੱਤਰ ਕਹਿਣ ਲੱਗੀਆਂ। ਹੇ ਨਾਰਦ, ਫਿਰ ਜਾ ਕੇ ਤੁਸੀਂ ਉਹਨਾਂ ਸਾਰਿਆਂ ਨੂੰ ਸਮਝਾਇਆ। ਤੁਸੀਂ शिव जी ਦੀ ਇੱਛਾ ਮੁਤਾਬਿਕ ਸਕੰਦ ਦੇ ਜਨਮ ਦਾ ਠੀਕ ਠੀਕ ਵਰਣਨ ਕੀਤਾ ਅਤੇ ਕਿਹਾ ਕਿ शिव जी ਗਿਰਜਾ ਦੇ ਹੀ ਪੁੱਤਰ ਹਨ। ਇਹਨਾਂ ਨੇ ਦੇਵਤਾਵਾਂ ਦੇ ਮਨੋਰਥ ਪੂਰੇ ਕਰਨ ਲਈ ਹੀ ਜਨਮ ਲਿਆ ਹੈ। ਇਹ ਸੁਣ ਕੇ ਗਿਰਜਾ ਤੋਂ ਇਲਾਵਾ ਸਾਰੀਆਂ ਦੁਖੀ ਹੋਈਆਂ। ਤਦ ਸਕੰਦ ਨੇ ਪ੍ਰਸੰਨ ਹੋ ਕੇ ਗੰਗਾ ਨੂੰ ਕਿਹਾ, ਹੇ ਮਾਤਾ, ਤੁਸੀਂ ਤਾਂ ਸੰਸਾਰ ਦੀ ਮਾਤਾ ਹੋ ਅਤੇ शिव जी ਦੀ ਇਸਤਰੀ ਹੋ ਅਤੇ ਜੋ ਤੁਹਾਡਾ ਸਦਾ ਹੀ ਪੁੱਤਰ ਕਹਾਵਾਂਗਾ। ਇਸ ਲਈ ਸਕੰਦ ਨੇ ਸਾਰਿਆਂ ਨੂੰ ਸਮਝਾ ਦਿੱਤਾ। ਉਸ ਦੇ ਬਾਅਦ ਸਕੰਦ ਨੇ ਵਿਸ਼ਨੂੰ ਜੀ ਅਤੇ ਬ੍ਰਹਮਣ ਜੀ ਨੂੰ ਕਿਹਾ, ਅਸੀਂ ਦੈਤਾਂ ਦਾ ਛਿਨ ਪਲ ਵਿੱਚ ਨਾਸ਼ ਕਰ ਦੇਵਾਂਗੇ। ਤੁਸੀਂ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ। ਤੁਸੀਂ ਸਾਰੇ शिव जी ਦੀ ਸੇਵਾ ਕਰੋ। ਜੋ ਵੀ ਕੰਮ ਜਾਂ ਉਤਸਵ ਕਹੋ, ਉਸ ਵਿੱਚ ਪ੍ਰਸੰਨ ਹੋ ਕੇ शिव जी ਜੈ ਜੈਕਾਰ ਕਰਦੇ ਰਹੋ। ਇਹ ਆਗਿਆ ਲੈ ਕੇ ਸਾਰੇ ਦੇਵਤੇ शिव जी ਦੀ ਜੈ ਜੈਕਾਰ ਕਰਨ ਲੱਗੇ। ਹੇ ਨਾਰਦ, ਇਸ ਦੇ ਬਾਅਦ ਸਾਰੇ ਦੇਵਤੇ ਸੈਨਾ ਸਮੇਤ ਸੱਜ ਕੇ ਸਕੰਦ ਦੇ ਨਾਲ ਚੱਲੇ। शिव जी ਗਿਰਜਾ ਅਤੇ ਗਨਾ ਸਮੇਤ ਕੈਲਾਸ਼ ਵੱਲ ਚੱਲ ਪਏ। ਉਸ ਵਕਤ ਤਾਰਕ ਨੇ ਇਹ ਸੁਣ ਕੇ ਅਤੇ ਦੇਵਤਾਵਾਂ ਦੇ ਸਾਰੇ ਉਪਾਅ ਦਾ ਪਰਿਣਾਮ ਦੇਖ ਕੇ ਬੜੇ ਕ੍ਰੋਧ ਨਾਲ ਦੇਵਤਾਵਾਂ ਦੇ ਹਮਲਾ ਕੀਤਾ ਅਤੇ ਉਹਨਾਂ ਦਾ ਸਾਹਮਣਾ ਕਰਨ ਲਈ ਚਤੁਰਗਿਣੀ ਸੈਨਾ ਸਜਾ ਕੇ ਕਰੋੜਾਂ ਸੈਨਿਕਾਂ ਨੂੰ ਆਪਣੇ ਨਾਲ ਲੈ ਕੇ ਚੱਲਿਆ। ਉਸ ਵਕਤ ਲੜਾਈ ਦੇ ਵਾਜੇ ਵੱਜਣ ਲੱਗੇ। ਹੇ ਨਾਰਦ, ਉਸ ਵਕਤ ਤੁਸੀਂ ਤਾਰਕ ਦੇ ਕੋਲ ਜਾ ਕੇ ਇਹ ਕਿਹਾ, ਹੇ ਅਸੁਰ ਰਾਜ, ਹੁਣ ਤੁਹਾਡੇ ਲਈ ਬੜੀ ਮੁਸੀਬਤ ਆ ਗਈ ਹੈ, ਕਿਉਂਕਿ ਦੇਵਤਾਵਾਂ ਨੇ शिव जी ਦੀ ਸੇਵਾ ਅਤੇ ਭਗਤੀ ਕਰਕੇ ਤੁਹਾਨੂੰ ਮਾਰਨ ਵਾਸਤੇ ਸੋਚਿਆ ਹੈ। ਤੁਸੀਂ ਤਾਰਕ ਨੂੰ ਸਾਰਾ ਵਿਸਥਾਰ ਸ਼ੁਰੂ ਤੋਂ ਅਖੀਰ ਤੱਕ ਸੁਣਾਇਆ ਹੈ ਕਿ शिव जी ਨੂੰ ਦ੍ਰਿੜ ਸਮਝੋ। ਉਹ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਨਾਲ ਦੇਖਦੇ ਹਨ ਅਤੇ ਭਗਤੀ ਅਤੇ ਸੇਵਾ ਦੇ ਅਧੀਨ ਰਹਿੰਦੇ ਹਨ। ਇਸ ਲਈ ਤੁਹਾਨੂੰ ਇਹ ਠੀਕ ਹੈ ਕਿ ਤੁਸੀਂ ਵੀ ਕੋਈ ਉਪਾਅ ਕਰੋ। ਉਸ ਤੋਂ ਬਾਅਦ ਦੇਵਤਾਵਾਂ ਨਾਲ ਯੁੱਧ ਕਰੋ। ਜੇ ਤੁਸੀਂ ਜਿੱਤ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਸਾਡਾ ਕਹਿਣਾ ਮੰਨੋ। ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ, ਤੁਹਾਡੇ ਹੋਣ ਦੀ ਹੀ ਨਾਸ਼ ਹੋ ਜਾਏਗਾ। ਹੇ ਨਾਰਦ, ਮੌਤ ਦੇ ਵਸ ਹੋ ਕੇ ਤਾਰਕਾਸੁਰ ਨੇ ਤੁਹਾਡੀਆਂ ਇਹ ਗੱਲਾਂ ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਹੱਸ ਕੇ ਬੋਲੇ, ਤੁਸੀਂ ਵਿਸ਼ਨੂੰ ਦੇ ਕੋਲ ਜਾ ਕੇ ਇਹ ਕਹਿ ਦਿਓ, ਤੁਸੀਂ ਇਸ ਤਰ੍ਹਾਂ ਵੀ ਵੀਰਤਾ ਨਾਲ ਯੁੱਧ ਕਰ ਸਕਦੇ ਹੋ। ਕਰੋ, ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਕਰਨੀ। ਤੁਸੀਂ ਇਸ ਦੁੱਧ ਪੀਂਦੇ ਬੱਚੇ ਨੂੰ ਆਪਣਾ ਆਗੂ ਬਣਾ ਕੇ ਲੜਾਈ ਕਰਨਾ ਚਾਹੁੰਦੇ ਹੋ। ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਆਪਣੀ ਮੌਤ ਚਾਹੁੰਦੇ ਹੋ। ਅਸੀਂ ਤੁਹਾਡੇ ਬਹਾਦਰੀ ਕਈ ਵਾਰੀ ਦੇਖੀ ਹੈ। ਤੁਸੀਂ ਦੂਸਰਿਆਂ ਤੇ ਭਰੋਸਾ ਕਰਦੇ ਹੋ, ਬਲਕਿ ਦੂਸਰਿਆਂ ਦੇ ਭਰੋਸੇ ਤੇ ਜਿੱਤ ਨਹੀਂ ਮਿਲਦੀ। ਮਚਕੁੰਦ ਦੇ ਬਲ ਨਾਲ ਹੀ ਤੁਸੀਂ ਚਾਹੁੰਦੇ ਹੋ ਕਿ ਮੇਰੇ ਵੀ ਤੇ ਪ੍ਰਬਲ ਹੋ ਸਕੋ ਅਤੇ ਅਸੀਂ ਉਸਦੀ ਵੀਰਤਾ ਦੇਖ ਲਈ ਤੇ ਸਾਰੇ ਦੇਵਤਾਵਾਂ ਨੂੰ ਉਸਦੇ ਨਾਲ ਹੀ ਬੰਦੀ ਬਣਾ ਲਿਆ। ਹੁਣ ਤੁਸੀਂ ਇਹ ਛੋਟੇ ਲੜਕੇ ਨੂੰ ਨਾਲ ਲੈ ਕੇ ਉਸ ਨਾਲ ਯੁੱਧ ਕਰਨਾ ਚਾਹੁੰਦੇ ਹੋ। ਮੈਂ ਉਸਦੀ ਦਿਗਪਤੀ ਸਮੇਤ ਮਾਰ ਕੇ ਸਾਰੀ ਧਰਤੀ ਤੇ ਰਾਜ ਕਰਾਂਗਾ। ਹੇ ਨਾਰਦ, ਤਾਰਕਾਸੁਰ ਤੋਂ ਇਹੋ ਜਿਹੇ ਹੌਸਲੇ ਵਾਲੇ ਵਾਕ ਸੁਣ ਕੇ ਤੁਸੀਂ ਗੁੱਸੇ ਵਿੱਚ ਆ ਕੇ ਉੱਤਰ ਦਿੱਤਾ, ਹੇ ਤਾਰਕ, ਹੰਕਾਰ ਸਦਾ ਦੁਖਦਾਈ ਹੁੰਦਾ ਹੈ। ਤੁਸੀਂ ਜਿਸ ਮਚਕੁੰਦ ਦਾ ਵਰਣਨ ਕੀਤਾ ਹੈ, ਉਹ शिव जी ਦਾ ਪਰਮ ਭਗਤ ਹੈ। शिव जी ਉਸਦੇ ਸਹਾਇਕ ਹਨ। ਜਿਸ ਦੇ ਉੱਪਰ शिव जी ਦੀ ਕਿਰਪਾ ਕਰਦੇ ਹਨ, ਉਹ ਦੇਵਤਾਵਾਂ, ਮੁਨੀਸ਼ਰਾਂ ਅਤੇ ਮਨੁੱਖਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ। ਤੁਸੀਂ ਜਿਸ ਨੂੰ ਦੁੱਧ ਪੀਂਦਾ ਬਾਲਕ ਸਮਝਦੇ ਹੋ, ਉਹ ਤਾਂ ਸਿੱਧਾ ਹੀ शिव जी ਦਾ ਰੂਪ ਹੈ। ਤਦ ਤਾਰਕ ਨੇ ਗੁੱਸੇ ਵਿੱਚ ਆ ਕੇ ਫਿਰ ਕਿਹਾ, ਹੇ ਨਾਰਦ, ਤੁਸੀਂ ਵੀਰਾਂ ਦੇ ਬਲ ਬਾਰੇ ਕੀ ਜਾਣਦੇ ਹੋ? ਤੁਸੀਂ ਤਾਰਕ ਦੇ ਮੂੰਹ ਤੋਂ ਇਹ ਵਚਨ ਸੁਣ ਕੇ ਜਲਦੀ ਹੀ
ਉਸ ਦੀ ਸਭਾ ਵਿੱਚੋਂ ਉੱਠ ਕੇ ਇੱਥੇ ਆ ਗਏ। ਵਿਸ਼ਨੂੰ ਅਤੇ ਮੈਨੂੰ ਇਹ ਸਾਰੀਆਂ ਗੱਲਾਂ ਕਹਿ ਦਿੱਤੀਆਂ। ਤੁਸੀਂ ਇਹ ਵੀ ਕਿਹਾ ਹੈ ਕਿ ਇਹ ਬਾਲਕ ਤਾਰਕਾਸੁਰ ਉੱਪਰ ਜ਼ਰੂਰ ਜਿੱਤ ਪ੍ਰਾਪਤ ਕਰੇਗਾ। ਮੇਰਾ ਇਹ ਵਚਨ ਸੱਚ ਹੈ ਕਿ ਸ਼ਿਵ ਜੀ ਦਾ ਇਹ ਲੜਕਾ ਤਿੰਨਾਂ ਲੋਕਾਂ ਵਿੱਚ ਨਿਡਰ ਹੈ। ਹੇ ਨਾਰਦ, ਤੁਹਾਡੇ ਇਸ ਵਚਨ ਨੂੰ ਸੁਣ ਕੇ ਅਸੀਂ ਬਹੁਤ ਖੁਸ਼ ਹੋਏ ਅਤੇ ਯੁੱਧ ਕਰਨ ਦੀ ਇੱਛਾ ਨਾਲ ਸ਼ਿਵ ਜੀ ਦਾ ਧਿਆਨ ਕਰਦੇ ਉੱਠ ਕੇ ਖੜੋ ਹੋਏ ਹਾਂ। ਸਕੰਦ ਨੂੰ ਸੈਨਾਪਤੀ ਬਣਾ ਕੇ ਇੰਦਰ ਨੇ ਹਾਥੀ ਤੇ ਚੜਾਇਆ ਅਤੇ ਸਾਰੇ ਲੋਕ ਪਾਲਕ ਇਕੱਠੇ ਹੋ ਗਏ। ਹੁਣ ਤੇਰੀ ਮਰਦੰਗ, ਵੀਣਾ ਅਤੇ ਬੀਨ ਆਦਿ ਯੁੱਧ ਦੇ ਵਾਜੇ ਵੱਜਣ ਲੱਗੇ ਅਤੇ ਨਿਤਰ ਗਾਇਨ ਹੋਣ ਲੱਗਾ। ਸਕੰਦ ਇੰਦਰ ਨੂੰ ਹਾਥੀ ਦੇ ਕੇ ਆਪ ਵਿਮਾਨ ਤੇ ਸਵਾਰ ਹੋਏ। ਫਿਰ ਚਾਰੇ ਪਾਸੇ ਤੋਂ ਸ਼ਿਵ ਜੀ ਦੇ ਪੁੱਤਰ ਦੀ ਜੈ ਜੈਕਾਰ ਹੋਈ। ਵਰੁਣ, ਇੰਦਰ, ਅਨਿਲ, ਯਮਰਾਜ, ਕੁਬੇਰ, ਈਸ਼ਾਨ 8 ਹੀ ਆਪਣੀ ਸੈਨਾ ਸਮੇਤ ਯੁੱਧ ਲਈ ਤਿਆਰ ਹੋ ਗਏ। ਵਿਸ਼ਨੂੰ ਜੀ ਨੇ ਸ਼ਿਵ ਜੀ ਦਾ ਧਿਆਨ ਕਰਦੇ ਆਨੰਦ ਦੀ ਪ੍ਰਾਪਤੀ ਕੀਤੀ। ਉਹਨਾਂ ਦੀ ਸੈਨਾ ਦਾ ਵਰਣਨ ਕਰਨਾ ਮੁਸ਼ਕਿਲ ਹੈ ਕਿਉਂਕਿ ਉਹ ਸਾਰੀ ਭੂਮੀ ਦੇ ਸਵਾਮੀ ਹਨ। ਇਸ ਦੇ ਬਾਅਦ ਸਾਰੀ ਸੈਨਾ ਸਵਾਮੀ ਨੂੰ ਸਭ ਤੋਂ ਅੱਗੇ ਕਰਕੇ ਚਲੀ ਆਈ ਅਤੇ ਸਕੰਦ ਪਹਾੜ ਤੋਂ ਹੇਠਾਂ ਉਤਰ ਕੇ ਅਤਮਰਦ ਵਿੱਚ ਸਥਿਤ ਹੋਏ। ਫਿਰ ਉਸ ਦੇ ਮੱਧ ਹਿੱਸੇ ਨੂੰ, ਜੋ ਹਰਨੇਵਿਆ ਦੇ ਨਾਮ ਨਾਲ ਮਸ਼ਹੂਰ ਹੈ, ਯੁੱਧ ਭੂਮੀ ਨਿਸ਼ਚਿਤ ਕਰਕੇ ਤਾਰਕਾਸੁਰ ਨੂੰ ਯੁੱਧ ਦਾ ਸੁਨੇਹਾ ਭੇਜਿਆ। ਇਤੀ 7ਵਾਂ ਅਧਿਆਇ ਸਮਾਪਤ।